ਨਵਾਬ ਨਵਾਬ ਇੱਕ ਮੋਚੀ ਦੇ ਘਰ ਜੰਮਿਆ ਸੀ। ਪਰ ਉਹਨੂੰ ਮੋਚੀ ਦੇ ਕੰਮ ਤੇ ਨਾਂ ਤੋਂ ਬੜੀ ਚਿੱਥ ਸੀ। ਹੁਣ ਤੇ ਉਹਦੇ ਅੱਬੇ ਨੇ ਵੀ ਉਹਦੇ ਕਹਿਣ ਉੱਤੇ ਆਪਣਾ ਮੁੱਢ ਕਦੀਮੀ ਪੇਸ਼ਾ ਛੱਡ ਦਿੱਤਾ ਸੀ ਤੇ ਲੋਕਾਂ ਦੇ ਮਾਲ ਡੰਗਰ ਚਾਰ ਕੇ ਵੇੜਾ ਟਪਾਉਂਦਾ ਸੀ। ਆਖਿਆ ਜਾਂਦਾ ਸੀ ਵੀ ਨਵਾਬ ਨੂੰ ਮੋਚੀ ਅਖਵਾਣ ਤੋਂ ਇੰਨੀ ਚਿੱਤ ਸੀ ਕਿ ਉਹਨੇ ਇਸੇ ਮਾਰੇ ਸਕੂਲ ਜਾਣਾ ਛੱਡ ਦਿੱਤਾ, ਕਿਉਂ ਜੇ ਉੱਥੇ ਦੂਜੇ ਮੁੰਡੇ ਉਹਨੂੰ ਮੋਚੀ ਮੋਚੀ ਕਹਿ ਕੇ ਛੇੜਦੇ ਸਨ। ਲੋਕੀ ਇਸ ਗੱਲ ਤੇ ਹੈਰਾਨ ਹੁੰਦੇ ਸੀ ਕਿ ਉਹ ਮੋਚੀ ਹੋ ਕੇ ਮੋਚੀ ਅਖਵਾਣ ਤੋਂ ਇੰਨਾ ਕਿਉਂ ਚਿੜਦਾ ਸੀ। ਲੋਕੀ ਮਖੌਲ ਕਰਦੇ ਤੇ ਆਖਦੇ, ਝਮਾਰ ਦਾ ਦਿਮਾਗ ਖਰਾਬ ਹੋ ਗਿਆ ਹੈ, ਆਪਣੇ ਆਪ ਨੂੰ ਸੱਚੀ ਮੁੱਚੀ ਨਵਾਬ ਸਮਝਣ ਲੱਗ ਪਿਆ ਹੈ। ਨਵਾਬ ਨੂੰ ਮੈਂ ਜਦੋਂ ਪਹਿਲੀ ਵਾਰੀ ਵੇਖਿਆ, ਉਹ ਕੋਈ 16-17 ਵਰ੍ਹਿਆਂ ਦਾ ਗੱਭਰੂ ਸੀ ਤੇ ਮੇਰੀ ਉਮਰ ਉਸ ਵੇਲੇ 6-7 ਵਰ੍ਹੇ ਸੀ। ਉਹ ਪਿੰਡ ਦੇ ਬਾਹਰ ਇੱਕ ਝਾੜੀ ਵਿੱਚੋਂ ਸੱਪ ਫੜਨ ਲਈ ਬੀਨ ਵਜਾ ਰਿਹਾ ਸੀ। ਅਸੀਂ ਬਹੁਤ ਸਾਰੇ ਨਿੱਕੇ ਵੱਡੇ ਬਾਲ ਜੁੱਤੀਆਂ ਹੱਥਾਂ ਵਿੱਚ ਫੜ ਕੇ ਖਲੋਤੇ ਸਾਂ, ਤਮਾਸ਼ਾ ਵੇਖ ਰਹੇ ਸੀ ਤੇ ਬਿਲਕੁਲ ਤਿਆਰ ਸਾਂ ਵੀ ਉਧਰੋਂ ਸੱਪ ਖੁੱਡ ਵਿੱਚੋਂ ਨਿਕਲੇ ਤੇ ਇਧਰੋਂ ਅਸੀਂ ਭੱਜ ਵਗੀਏ। ਕਾਫੀ ਚਿਰ ਪਿੱਛੋਂ ਨਵਾਬ ਨੇ ਅਚਣਚੇਤ ਬੀਨ ਸੁੱਟ ਦਿੱਤੀ ਤੇ ਨਾਅਰਾ ਮਾਰਿਆ, ਓਏ ਸੱਪ! ਅਸੀਂ ਸਾਰੇ ਨੱਸਣ ਲੱਗ ਪਏ ਤੇ ਨਵਾਬ ਖਿੜ-ਖਿੜ ਹੱਸਦਾ ਰਿਹਾ। ਪਿੱਛੋਂ ਪਤਾ ਲੱਗਾ ਵੀ ਸੱਪ ਛੱਪ ਕੋਈ ਨਹੀਂ ਸੀ, ਉਹਦੀ ਸ਼ਰਾਰਤ ਸੀ। ਪਰ ਫਿਰ ਅਸਾਂ ਨਵਾਬ ਕੋਲ ਸੱਚਮੁੱਚ ਸੱਪ ਵੇਖੇ, ਜਿਨ੍ਹਾਂ ਨੂੰ ਉਹ ਰੱਸੀ ਵਾਂਗੂ ਆਪਣੇ ਗਲ ਵਿੱਚ ਪਾਈ ਫਿਰਦਾ ਸੀ। ਮਸ਼ਹੂਰ ਸੀ ਵੀ ਨਵਾਬ ਨੂੰ ਠੂਹਾਂ, ਮਾਖੀ, ਉਹਦੀ ਮੱਖੀ, ਡੇਮੂ ਕੋਈ ਚੀਜ਼ ਨਹੀਂ ਸੀ ਲੜਦੀ। ਇੱਕ ਵਾਰੀ ਉਹਨੇ ਸੇਮ ਨਾਲੇ ਵਿੱਚੋਂ ਮੱਛੀਆਂ ਫੜਦਿਆਂ ਹੋਇਆਂ ਗਲਤੀ ਨਾਲ ਸੱਪ ਫੜ ਲਿਆ ਤੇ ਉਹਨੂੰ ਗਿੱਛੀਓਂ ਨੱਪ ਕੇ ਮੁੰਡਿਆਂ ਨੂੰ ਡਰਾਉਂਦਾ ਤੇ ਸਤਾਉਂਦਾ ਰਿਹਾ। ਉਹਨੂੰ ਦੂਜਿਆਂ ਨੂੰ ਸਤਾਉਣ ਵਿੱਚ ਬੜਾ ਸਵਾਦ ਆਉਂਦਾ ਸੀ ਤੇ ਉਹ ਇਹੋ ਜਿਹਾ ਕੋਈ ਮੌਕਾ ਹੱਥੋਂ ਜਾਣ ਨਹੀਂ ਸੀ ਦਿੰਦਾ। ਇੱਕ ਮੁੰਡੇ ਨੇ ਕੌੜ ਵਿੱਚ ਆ ਕੇ ਉਹਨੂੰ ਮੋਚੀ ਆਖ ਦਿੱਤਾ ਤੇ ਨਵਾਬ ਨੇ ਸੱਚੀ ਮੁੱਚੀ ਸੱਪ ਉਸ ਮੁੰਡੇ ਉੱਤੇ ਸੁੱਟ ਦਿੱਤਾ। ਸ਼ੁਕਰ ਹੈ ਪਈ ਸੱਪ ਨੇ ਡੰਗ ਨਹੀਂ ਮਾਰਿਆ ਤੇ ਮੁੰਡਾ ਬਚ ਗਿਆ। ਨਵਾਬ ਬੜਾ ਆਪ ਹੁਦਰਾ ਤੇ ਨਿਡਰ ਮਸ਼ਹੂਰ ਸੀ। ਉਹ ਕਿਸੇ ਦਾ ਰੋਹਬ ਨਹੀਂ ਸੀ ਮੰਨਦਾ। ਪਿੰਡ ਦੇ ਨੰਬਰਦਾਰ ਤੇ ਵੱਡੇ ਵੱਡੇ ਜ਼ਿਮੀਂਦਾਰਾਂ ਨੂੰ ਵੀ ਚਿਲਮ ਭਰ ਕੇ ਦੇਣ ਤੋਂ ਇਨਕਾਰ ਕਰ ਦਿੰਦਾ। ਇਸ ਗੱਲ ਤੋਂ ਕਈ ਵਾਰੀ ਉਹਦੀ ਤੇ ਉਹਦੇ ਅੱਬੇ ਦੀ ਭਰੇ ਦਾਰ ਵਿੱਚ ਬੇਇੱਜ਼ਤੀ ਹੋ ਚੁੱਕੀ ਸੀ। ਪਰ ਨਵਾਬ ਉੱਤੇ ਉਹਦੇ ਅੱਬੇ ਦਾ ਵੱਸ ਨਾ ਚੱਲਦਾ ਸੀ। ਉਹ ਸਿਰਫ ਉਹ ਕੰਮ ਕਰਦਾ ਜਿਹੜਾ ਉਹਦੀ ਮਰਜ਼ੀ ਦਾ ਕੰਮ ਹੁੰਦਾ ਜਾਂ ਜਿਹਦੇ ਲਈ ਉਹਦਾ ਦਿਲ ਮੰਨਦਾ। ਆਹੋ, ਉਹ ਪਿੰਡ ਦੇ ਮੌਲਵੀ ਹੋਰਾਂ ਦੀ ਬੜੀ ਇੱਜ਼ਤ ਕਰਦਾ ਸੀ ਤੇ ਉਹਨਾਂ ਦਾ ਆਖਿਆ ਨਾ ਟਾਲਦਾ, ਕਿਉਂ ਜੇ ਮੌਲਵੀ ਹੋਰਾਂ ਉਹਨੂੰ ਕੁਰਾਨ ਪਾਕ ਪੜ੍ਹਾਇਆ ਤੇ ਨਾਲੇ ਉਰਦੂ ਦੀਆਂ ਕੁਝ ਕਿਤਾਬਾਂ ਵੀ, ਤੇ ਹੁਣ ਉਹ ਉਹਨੂੰ ਲਿਖਾਈ ਵੀ ਸਿਖਾ ਰਿਹਾ ਸੀ। ਸਗੋਂ ਮੌਲਵੀ ਹੋਰਾਂ ਦੀ ਨਹੀਂ, ਉਹ ਹਰ ਪੜ੍ਹੇ ਲਿਖੇ ਬੰਦੇ ਦੀ ਇੱਜ਼ਤ ਕਰਦਾ। ਇਲਮ ਤੇ ਕਿਤਾਬਾਂ ਨਾਲ ਉਹਨੂੰ ਬਹੁਤ ਪਿਆਰ ਸੀ। ਨਵਾਬ ਦਾ ਘਰ ਪਿੰਡੋਂ ਮਕਲੀਰ ਇੱਕ ਛੱਪੜ ਦੇ ਕੰਢੇ ਤੇ ਸੀ। ਇਹ ਮਕਾਨ ਝਾਬੀ ਬਣਿਆ ਸੀ। ਬਣਿਆ ਕੀ ਸੀ, ਨਵਾਬ ਨੇ ਰਾਜ, ਲੁਹਾਰ, ਤਰਖਾਣ ਤੇ ਮਜ਼ਦੂਰਾਂ ਦਾ ਕੰਮ ਵਾਰੀ-ਵਾਰੀ ਆਪੋ ਕੀਤਾ ਸੀ। ਘਰ ਦਿਆਂ ਲੋਕਾਂ ਤੋਂ ਅੱਡ ਉਹਨੇ ਪਿੰਡ ਦੇ ਕਿਸੇ ਬੰਦੇ ਦਾ ਅਹਿਸਾਨ ਲਿਆ ਨਾ ਕੋਈ ਕੰਮ ਕਰਵਾਇਆ। ਘਰ ਦੇ ਬਾਰ-ਬਾਰ ਉਹਨੇ ਦੁਕਾਨ ਬਣਾ ਲਈ ਸੀ। ਦੁਕਾਨ ਤੇ ਚੰਗੀ ਚੱਲਦੀ ਸੀ, ਪਰ ਉਹ ਆਪੋ ਦੁਕਾਨ ਵਿੱਚ ਘੱਟ ਵੱਧ ਹੀ ਬਹਿੰਦਾ ਸੀ। ਉਹਦੀ ਮਾਂ ਝਾਤਾਂ ਹੱਟੀ ਟੋਰਦੀ ਰਹਿੰਦੀ। ਉਹਨਾਂ ਹੀ ਦਿਨਾਂ ਵਿੱਚ ਪਾਕਿਸਤਾਨ ਦੁਨੀਆ ਦੇ ਨਕਸ਼ੇ ਤੇ ਉਭਰਿਆ। ਪੰਜਾਬ ਵਿੱਚ ਰੌਲੇ ਪੈ ਗਏ ਤੇ ਫਿਰਕਾਵਾਰਾਨਾ ਫਸਾਦਾਤ ਸ਼ੁਰੂ ਹੋ ਗਏ। ਪਿੰਡ ਦੇ ਲੁਹਾਰ ਦੀ ਦੁਕਾਨ ਉੱਤੇ ਦਿਨ ਰਾਤ ਛਵੀਆਂ, ਟਕਵੇ ਤੇ ਬਲਮਾਂ ਬਣਨ ਲੱਗ ਪਈਆਂ। ਨਵਾਬ ਨੂੰ ਖੌਰੇ ਕਿੱਥੋਂ ਸਾਰੇ ਕੰਮ ਆਉਂਦੇ ਸਨ। ਉਹਨੇ ਵੀ ਕੁਝ ਜ਼ਰੂਰੀ ਰਿੱਛ ਖਰੀਦੇ ਤੇ ਹਥਿਆਰ ਬਣਾਉਣ ਲੱਗ ਪਿਆ। ਉਹਨੇ ਬਰਛੀਆਂ ਤੇ ਗੰਡਾਸੇ ਬਣਾਏ, ਛਵੀਆਂ ਤੇ ਤਲਵਾਰਾਂ ਬਣਾਈਆਂ, ਪਰ ਖੌਰੇ ਉਹਦੀ ਤਸੱਲੀ ਨਹੀਂ ਸੀ ਹੋਈ। ਉਹਨੇ ਝੱਪਦੇ ਹੀ ਸਾਈਕਲ ਦੀਆਂ ਨਾਲੀਆਂ ਲੈ ਕੇ ਇਹਨਾਂ ਦੀਆਂ ਬੰਦੂਕਾਂ ਤੇ ਪਿਸਤੌਲ ਬਣਾਉਣੇ ਸ਼ੁਰੂ ਕਰ ਦਿੱਤੇ। ਉਹਨੇ ਤੋੜੇ ਤੇ ਘੋੜੇ ਵਾਲੀਆਂ ਦੋਵਾਂ ਤਰ੍ਹਾਂ ਦੀਆਂ ਬੰਦੂਕਾਂ ਬਣਾਈਆਂ ਤੇ ਵੇਚੀਆਂ, ਤੇ ਨਾਲ ਹੀ ਕਈ ਤਰ੍ਹਾਂ ਦੇ ਕਾਰਤੂਸ ਤੇ ਗੋਲੀਆਂ ਭਰਨ ਤੇ ਬਣਾਉਣ ਲੱਗ ਪਿਆ। ਦੁਕਾਨ ਵਿੱਚ ਉਹਦੀ ਮਾਂ ਜਾਂ ਨਿੱਕਾ ਭਰਾ ਬੈਠਦਾ ਸੀ ਤੇ ਉਹ ਘਰ ਦੇ ਇੱਕ ਦੂਜੇ ਕਮਰੇ ਵਿੱਚ ਬਹਿ ਕੇ ਹਥਿਆਰ ਬਣਾਉਣ ਵਿੱਚ ਰੁੱਝਿਆ ਰਹਿੰਦਾ।
ਉਹਨੇ ਇਸ ਕੰਮ ਵਿੱਚੋਂ ਇੰਨੇ ਪੈਸੇ ਨਹੀਂ ਸਨ ਕਮਾਏ ਜਿੰਨੇ ਖਰਚ ਕੀਤੇ। ਕਿਉਂ ਜੇ ਇੱਕ ਕਿਸਮ ਦੇ ਹਥਿਆਰ ਬਣਾ ਕੇ ਵੇਚਣ ਤੋਂ ਜਿਹੜੀ ਥੋੜ੍ਹੀ ਬਹੁਤੀ ਬਚਤ ਹੁੰਦੀ, ਉਹ ਨਵੇਂ ਕਿਸਮ ਦੇ ਹਥਿਆਰ ਬਣਾਉਣ ਤੇ ਤਜਰਬੇ ਉੱਤੇ ਖਰਚ ਹੋ ਜਾਂਦੇ। ਪਰ ਉਹਨੂੰ ਇਹਦਾ ਫਾਇਦਾ ਇਹ ਜ਼ਰੂਰ ਮਿਲਿਆ ਕਿ ਭਈ ਉਹਦਾ ਮਕੈਨੀਕਲ ਰੁਝਾਨ ਹੋਰ ਤਰੱਕੀ ਕਰ ਗਿਆ ਤੇ ਹੱਥ ਸਾਫ਼ ਹੋ ਗਿਆ। ਫਸਾਦਾਤ ਮੁੱਕੇ ਤੇ ਸਾਰਾ ਅਸਲਾ ਤੇ ਹਥਿਆਰ ਜ਼ਬਤ ਹੋ ਗਏ, ਪਰ ਨਵਾਬ ਕੋਲ ਕੁਝ ਬਰੂਦ ਮਸਾਲਾ ਬਚ ਰਿਹਾ ਸੀ ਜਾਂ ਉਹਨੇ ਬਚਾ ਲਿਆ ਸੀ। ਉਹਦੇ ਤੋਂ ਉਹਨੇ ਤਰ੍ਹਾਂ ਤਰ੍ਹਾਂ ਦੇ ਪਟਾਖੇ ਤੇ ਹਵਾਈਆਂ ਬਣਾਈਆਂ ਤੇ ਹਰ ਘਰ ਵਿੱਚ ਛੁਰਲੀਆਂ ਤੇ ਪਟਾਖੇ ਚੱਲਣ ਲੱਗ ਪਏ। ਲੋਕੀ ਇਹਨਾਂ ਧਮਾਕਿਆਂ ਤੋਂ ਆਵਾਜ਼ਾਰ ਹੋ ਕੇ ਨਵਾਬ ਨੂੰ ਗਾਲਾਂ ਕੱਢਦੇ। ਜਿੱਧਰ ਵੇਖੋ ਠਾ ਠਾ, ਜਿੱਥੋਂ ਲੰਘੋ ਛੂੰ ਛਾਂ। ਅਸੀਂ ਰਾਤਾਂ ਨੂੰ ਗਲੀਆਂ ਤੇ ਰੜਿਆਂ ਵਿੱਚ ਗੁੱਡੇ ਗੁੱਡੀਆਂ ਦੇ ਵਿਆਹ ਰਚਾ ਕੇ ਇਹਨਾਂ ਪਟਾਖਿਆਂ ਨਾਲ ਆਤਿਸ਼ਬਾਜ਼ੀ ਕਰਦੇ ਤੇ ਲੋਕਾਂ ਨੂੰ ਪਰੇਸ਼ਾਨ ਕਰਦੇ। ਲੋਕੀ ਸਾਨੂੰ ਘੱਟ ਤੇ ਝਮਾਰ ਦੇ ਪੁੱਤਰ ਨਵਾਬ ਨੂੰ ਬਹੁਤਾ ਕੋਸਦੇ, ਪਰ ਨਵਾਬ ਤੇ ਕਿਸੇ ਦਾ ਵਸ ਨਾ ਚੱਲਦਾ। ਸਾਰਿਆਂ ਨੂੰ ਪਤਾ ਸੀ ਭਈ ਜੇ ਇੱਕ ਪਟਾਖਿਆਂ ਵੱਲੋਂ ਮਨ੍ਹਾ ਵੀ ਹੋ ਜਾਏਗਾ ਤੇ ਕੋਈ ਹੋਰ ਚੰਨ ਚੜ੍ਹਾਏਗਾ। ਫਿਰ ਜਦੋਂ ਇਸ ਬਰੂਦ ਦਾ ਜ਼ਖੀਰਾ ਮੁੱਕ ਗਿਆ ਤੇ ਉਹਨੇ ਦੁਕਾਨ ਦੀਆਂ ਦੂਜੀਆਂ ਚੀਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਸਭ ਤੋਂ ਪਹਿਲੇ ਉਹਨੇ ਅਰਕ ਕਸ਼ੀਦ ਕਰਨ ਦੀ ਭੱਠੀ ਬਣਾਈ ਤੇ ਫਿਰ ਹਰ ਕਿਸਮ ਦੇ ਅਚਾਰ, ਮੁਰੱਬੇ ਤੇ ਸ਼ਰਬਤ ਬਣਾਏ। ਮੇਰੇ ਨਾਲ ਉਹਦੀ ਦੋਸਤੀ ਸੀ ਤੇ ਉਹ ਕਹਿੰਦਾ ਸੀ ਅਸੀਂ ਦੋਵੇਂ ਗਲਤ ਥਾਂ ਤੇ ਗਲਤ ਘਰਾਂ ਵਿੱਚ ਪੈਦਾ ਹੋ ਗਏ ਹਾਂ। ਮੈਂ ਚੋਖਾ ਚਿਰ ਉਹਦੀ ਦੁਕਾਨ ਤੇ ਰਹਿੰਦਾ। ਮੈਨੂੰ ਹਰ ਚੀਜ਼ ਚੱਖਣ ਤੇ ਆਪਣੇ ਉਲਟ ਪੁਲਟ ਮਸ਼ਵਰੇ ਦੇਣ ਦੀ ਵੀ ਖੁੱਲ੍ਹ ਸੀ। ਮੈਨੂੰ ਯਾਦ ਹੈ ਉਹਨੇ ਕਿਤਾਬਾਂ ਵਿੱਚੋਂ ਤਰਕੀਬਾਂ ਪੜ੍ਹ ਕੇ ਆਪੋ ਹਰ ਤਰ੍ਹਾਂ ਦੇ ਚੂਰਨ, ਮਾਜੂਨ ਤੇ ਖਮੀਰੇ ਬਣਾਏ ਸਨ। ਤਿੱਬ ਤੇ ਹਿਕਮਤ ਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਉਹਨੇ ਖਰੀਦ ਲਈਆਂ ਸਨ ਤੇ ਹਰ ਵੇਲੇ ਨੁਸਖੇ ਤੇ ਕੁਸ਼ਤੇ ਬਣਾਉਣ ਵਿੱਚ ਰੁੱਝਿਆ ਰਹਿਣ ਲੱਗ ਪਿਆ। ਉਹਦੀਆਂ ਦੁਆਵਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਵੀ ਹੁੰਦਾ ਸੀ, ਪਰ ਹਕੀਮ ਨਵਾਬ ਮੁਹੰਮਦ ਅਖਵਾਵਣ ਦੀ ਸੱਦਰ ਉਹਦੇ ਦਿਲ ਵਿੱਚ ਹੀ ਰਹੀ। ਹਕੀਮ ਤੇ ਕਿਧਰੇ ਰਿਹਾ, ਲੋਕੀ ਨਵਾਬ ਵੀ ਨਾ ਸੱਦਦੇ, ਸਗੋਂ ਮੋਚੀ ਦੀ ਥਾਂ ਝਮਾਰ ਹੀ ਆਖਦੇ। ਉਹਨੂੰ ਆਪਣੇ ਨਾਂ ਨਾਲ ਲੱਗੀ ਅੱਲ ਨੂੰ ਮਿਟਾਉਣ ਲਈ ਆਪਣੀ ਦੁਕਾਨ ਦਾ ਨਾਂ ਗਮਗੁਸਾਰ ਦਵਾਖਾਨਾ ਰੱਖ ਦਿੱਤਾ ਤੇ ਇੱਕ ਵੱਡਾ ਸਾਰਾ ਬੋਰਡ ਲਿਖ ਕੇ ਵੀ ਲਾ ਦਿੱਤਾ। ਪਰ ਪਿੰਡ ਦੇ ਬਹੁਤੇ ਲੋਕੀ ਬੋਰਡ ਨਹੀਂ ਪੜ੍ਹ ਸਕਦੇ ਸਨ ਤੇ ਫਿਰ ਨਾਲੇ ਜਿਹੜੀ ਸਹੂਲਤ ਮੋਚੀ ਦੀ ਹੱਟੀ ਕਹਿਣ ਵਿੱਚ ਸੀ, ਉਹ ਇੰਨੇ ਔਖੇ ਨਾਂ ਗਮਗੁਸਾਰ ਦਵਾਖਾਨਾ ਵਿੱਚ ਕਿੱਥੋਂ ਲੱਭਦੀ। ਨਵਾਬ ਨੇ ਗਮਗੁਸਾਰ ਦਵਾਖਾਨਾ ਦੇ ਲੇਬਲ ਵੀ ਛਪਵਾਏ ਜਾਂ ਖੌਰੇ ਆਪੋ ਹੀ ਛਾਪ ਲਏ ਸਨ। ਬੋਤਲਾਂ, ਸ਼ੀਸ਼ੀਆਂ, ਡੱਬੀਆਂ, ਕਨਸਤਰਾਂ ਉੱਤੇ ਲੇਬਲ ਲਾਏ। ਚੀਕ ਕੇ ਲੋਕਾਂ ਨੂੰ ਗਮਗੁਸਾਰ ਦੇ ਮਾਨੇ ਦੱਸੇ, ਪਰ ਉਹਦਾ ਮਕਸਦ ਪੂਰਾ ਨਾ ਹੋਇਆ। ਲਿਖਾਈ ਛਪਾਈ ਬਾਰੇ ਉਹਦੀ ਦਿਲਚਸਪੀ ਵੱਧਦੀ ਰਹੀ ਤੇ ਕੁਝ ਚਿਰ ਪਿੱਛੋਂ ਉਹ ਰਬੜ ਦੀਆਂ ਸਟੰਪਾਂ ਤੇ ਠੱਪੇ ਬਣਾਉਣ ਲੱਗ ਪਿਆ। ਬਿਸਤਰੇ ਦੀਆਂ ਚਾਦਰਾਂ, ਸਿਰਹਾਣੇ ਤੇ ਮੇਜ਼ ਪੋਸ਼ਾਂ ਉੱਤੇ ਠੱਪੇ ਲਗਵਾਉਣ ਲਈ ਲੋਕੀ ਨਵਾਬ ਕੋਲ ਆਉਂਦੇ। ਫਿਰ ਉਹਨੇ ਕਸ਼ੀਦਾਕਾਰੀ ਦੀਆਂ ਕਈ ਕਿਤਾਬਾਂ ਵੀ ਖਰੀਦ ਲਈਆਂ ਤੇ ਵੰਨ ਸੁਵੰਨੇ ਠੱਪੇ ਲਾਉਂਦਾ ਤੇ ਫੁੱਲ ਬੂਟੇ ਛਾਪ ਕੇ ਦਿੰਦਾ, ਜਿਹਦੀ ਉਹ ਲੋਕਾਂ ਕੋਲੋਂ ਉਜਰਤ ਵਸੂਲ ਕਰ ਲੈਂਦਾ। ਤਰ੍ਹਾਂ ਨਾਲ ਹਕੀਮ ਨਵਾਬ ਮੁਹੰਮਦ ਤੇ ਗਮਗੁਸਾਰ ਦਵਾਖਾਨਾ ਲਿਖ ਕੇ ਮੋਹਰਾਂ ਬਣਾਉਂਦਾ ਤੇ ਹਰ ਉਸ ਚੀਜ਼ ਤੇ ਮੋਹਰ ਲਾ ਦਿੰਦਾ ਜਿਹਦੇ ਤੇ ਮੋਹਰ ਲੱਗਣ ਦੀ ਜ਼ਰਾ ਵੀ ਗੁੰਜਾਇਸ਼ ਹੁੰਦੀ। ਕਿਤਾਬਾਂ ਕਾਪੀਆਂ ਤੋਂ ਲੈ ਕੇ ਦੁਕਾਨ ਦੇ ਬੂਹੇ ਤੇ ਕੰਧਾਂ ਤੀਕ ਕੋਈ ਥਾਂ ਮੋਹਰ ਤੋਂ ਖਾਲੀ ਨਹੀਂ ਸੀ ਰਹਿ ਗਈ। ਕੱਪੜੇ ਧੋਣ ਦਾ ਸਾਬਣ ਤੇ ਆਮ ਲੋਕੀ ਵੀ ਬਣਾ ਲੈਂਦੇ ਸਨ, ਪਰ ਉਹਨੇ ਨਵਾਬ ਸੋਪ ਦੇ ਨਾਂ ਤੋਂ ਇੱਕ ਨਵੀਂ ਇੰਡਸਟਰੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਲਈ ਆਪਣੇ ਕਾਰਖਾਨੇ ਦਾ ਠੱਪਾ ਵੀ ਜ਼ਰੂਰੀ ਸੀ। ਇਸ ਮਕਸਦ ਲਈ ਉਹਨੇ ਟ੍ਰੇਡਮਾਰਕ ਦੇ ਠੱਪੇ ਬਣਾਏ। ਇਹਦੇ ਪਿੱਛੋਂ ਲਿਖਣ ਵਾਲੀ ਸਿਆਹੀ ਬਣਾਈ, ਨੀਲੀ, ਕਾਲੀ, ਲਾਲ ਤੇ ਹਰੀ, ਹਰ ਕਿਸਮ ਦੀ ਇੰਕ ਬਣਾਈ ਤੇ ਆਪਣੀ ਦੁਕਾਨ ਦੇ ਲੇਬਲ ਲਾ ਕੇ ਵੇਚਦਾ ਰਿਹਾ। ਹੁਣ ਮੈਂ ਪਿੰਡੋਂ 20-22 ਮੀਲ ਦੂਰ ਇੱਕ ਹਾਈ ਸਕੂਲ ਵਿੱਚ ਦਾਖਲ ਹੋ ਗਿਆ ਸਾਂ। ਉੱਥੇ ਹੀ ਬੋਰਡਿੰਗ ਹਾਊਸ ਵਿੱਚ ਰਹਿੰਦਾ ਸਾਂ। ਕਦੀ ਨਵਾਬ ਵੀ ਦੁਕਾਨ ਦਾ ਸੌਦਾ ਖਰੀਦਣ ਲਈ ਸ਼ਹਿਰ ਆ ਜਾਂਦਾ।
ਬਹੁਤੀ ਵਾਰੀ ਉਹ ਹਫ਼ਤੇ ਵਾਲੇ ਦਿਨ ਹੀ ਆਉਂਦਾ ਤਾਂ ਜੇ ਵਾਪਸੀ ਤੇ ਮੈਨੂੰ ਨਾਲ ਲਿਜਾ ਸਕੇ। ਉਹ ਮੈਨੂੰ ਆਲਾ ਤਾਲੀਮ ਹਾਸਲ ਕਰਨ ਦੀ ਬੜੀ ਪੱਕੀ ਕਰਦਾ ਤੇ ਸਾਰਾ ਰਸਤਾ ਇਲਮ ਤੇ ਪੜ੍ਹਾਈ ਦੀਆਂ ਸਿਫਤਾਂ ਕਰਦਾ ਜਾਂਦਾ। ਕੁਝ ਚਿਰ ਲਈ ਮੈਂ ਇਮਤਿਹਾਨਾਂ ਦੀ ਵਜ੍ਹਾ ਤੋਂ ਪਿੰਡ ਨਾ ਆ ਸਕਿਆ। ਇਮਤਿਹਾਨਾਂ ਦੇ ਬਾਅਦ ਛੁੱਟੀਆਂ ਹੋਈਆਂ ਤੇ ਮੈਂ ਪਿੰਡ ਆ ਕੇ ਵੇਖਿਆ ਕਿ ਨਵਾਬ ਦਾ ਕਾਰੋਬਾਰ ਬੜਾ ਮੰਦਾ ਜਾ ਰਿਹਾ ਸੀ। ਲੋਕੀ ਉਹਦੀ ਦੁਕਾਨ ਤੋਂ ਸੌਦਾ ਨਹੀਂ ਸਨ ਖਰੀਦਦੇ, ਕਿਉਂ ਜੇ ਉਹਦੀ ਦੁਕਾਨ 'ਤੇ ਹਰ ਚੀਜ਼ ਉਹਦੀ ਆਪਣੀ ਬਣਾਈ ਹੋਈ ਸੀ। ਜ਼ਾਹਿਰ ਹੈ ਉਹਦੀ ਬਣਾਈ ਹੋਈ ਹਰ ਸ਼ੈ ਮਿਆਰੀ ਨਹੀਂ ਹੋ ਸਕਦੀ। ਮੈਂ ਦੁਕਾਨ ਵਿੱਚ ਗਿਆ ਤੇ ਜਾ ਕੇ ਵੇਖਿਆ ਕੋੜੇ ਨੇ ਸਿਗਰਟ ਤੱਕ ਆਪੋ ਬਣਾ ਲਏ ਹੋਏ ਸਨ। ਕੱਪੜੇ ਧੋਣ ਵਾਲਾ ਸਾਬਣ ਤੇ ਉਹ ਅੱਗੇ ਹੀ ਬਣਾਉਂਦਾ ਸੀ, ਹੁਣ ਉਹਨੇ ਨਹਾਉਣ ਵਾਲਾ ਸਾਬਣ ਵੀ ਬਣਾ ਲਿਆ ਸੀ। ਨਵਾਬ ਟਾਇਲਟ ਸੋਪ, ਜਿਹੜਾ ਮੈਲ ਲਾਉਣ ਦੀ ਥਾਂ ਖੁਰਕਣ ਵਾਸਤੇ ਠੀਕ ਲੱਗਦਾ ਸੀ। ਰਿਓੜੀਆਂ, ਪਤਾਸੇ, ਮਿਠਾਈਆਂ, ਟਾਂਗਰੀ, ਖੱਟੀਆਂ ਮਿੱਠੀਆਂ ਗੋਲੀਆਂ ਤੇ ਕਾਗਜ਼ਾਂ ਦੇ ਰੰਗ ਬਰੰਗੇ ਖਿਡੌਣੇ, ਹਰ ਚੀਜ਼ ਉਹਦੀ ਆਪਣੀ ਬਣਾਈ ਹੋਈ ਸੀ। ਗੈਰ ਮਿਆਰੀ ਚੀਜ਼ਾਂ ਮਿਆਰੀ ਚੀਜ਼ਾਂ ਨੂੰ ਵੀ ਲੈ ਡੁੱਬੀਆਂ ਸਨ। ਸ਼ਰਬਤਾਂ ਤੇ ਅਰਕਾਂ ਵਿੱਚ ਜਾਲੇ ਪੈ ਗਏ ਸਨ। ਖਮੀਰੇ, ਮਾਜੂਨਾਂ ਤੇ ਕੁਸ਼ਤੇ ਗਲ ਸੜ ਰਹੇ ਸਨ, ਪਰ ਉਹ ਇਹਨਾਂ ਦੀ ਚਿੰਤਾ ਤੋਂ ਬੇਨਿਆਜ਼ ਇੱਕ ਨਵੀਂ ਉਸ਼ਕਲ ਵਿੱਚ ਲੱਗਾ ਹੋਇਆ ਸੀ। ਉਹਦਾ ਖਿਆਲ ਸੀ ਪਈ ਸੋਨਾ ਬਣਾਉਣ ਦਾ ਸਹੀ ਨੁਸਖਾ ਉਹਦੇ ਹੱਥ ਆ ਗਿਆ ਹੈ। ਬਸ ਪਿਛਲੀ ਵਾਰੀ ਕੁਝ ਸੇਕ ਘੱਟ ਲੱਗਾ ਸੀ, ਨਹੀਂ ਤੇ ਉਹ ਤਾਂਬੇ ਦਾ ਸੋਨਾ ਬਣਾਉਣ ਵਿੱਚ ਕਾਮਯਾਬ ਹੋ ਚੱਲਿਆ ਸੀ। ਇਹ ਸੋਨਾ ਬਣਾਉਣ ਦੇ ਤਜਰਬਿਆਂ ਉੱਤੇ ਉਹਨੇ ਰੱਜ ਕੇ ਪੈਸਾ ਖਰਚਿਆ ਸੀ। ਬੜਾ ਵਕਤ ਬਰਬਾਦ ਕੀਤਾ, ਪਰ ਅਖੀਰ ਥੱਕ ਹਾਰ ਕੇ ਛੱਡ ਦਿੱਤਾ। ਕਿਤਾਬਾਂ ਪੜ੍ਹਨ ਤੇ ਨਿੱਤ ਨਵੀਆਂ ਚੀਜ਼ਾਂ ਬਣਾਉਣ ਦੀ ਉਹਨੂੰ ਅਜਿਹੀ ਲੱਤ ਪਈ ਕਿ ਦੁਕਾਨ ਦੀ ਸਾਰੀ ਆਮਦਨ ਉਹ ਕਿਤਾਬਾਂ ਤੇ ਤਜਰਬਿਆਂ ਦਾ ਸਮਾਨ ਖਰੀਦਣ ਤੇ ਰੋੜ ਦਿੰਦਾ। ਉਹਦੇ ਮਾਂ ਪਿਓ ਮੌਲਵੀ ਹੋਰਾਂ ਕੋਲ ਸ਼ਿਕਾਇਤ ਕਰਦੇ ਤੇ ਉਹ ਮੌਲਵੀ ਹੋਰਾਂ ਨਾਲ ਵਾਅਦਾ ਕਰ ਲੈਂਦਾ ਭਈ ਅੱਗੇ ਤੋਂ ਕੋਈ ਫਜ਼ੂਲ ਖਰਚੀ ਨਹੀਂ ਕਰੇਗਾ, ਪਰ ਖੌਰੇ ਇਸ ਵਾਅਦੇ ਉੱਤੇ ਕਾਇਮ ਰਹਿਣਾ ਉਹਦੇ ਵੱਸ ਦੀ ਗੱਲ ਨਹੀਂ ਸੀ। ਇੱਕ ਵਾਰੀ ਪਿੰਡ ਦੀ ਮਸਜਿਦ ਦਾ ਕਲਾਕ ਖਰਾਬ ਹੋ ਗਿਆ ਤੇ ਨਵਾਬ ਨੇ ਠੀਕ ਕਰ ਦਿੱਤਾ। ਫਿਰ ਕੀ ਸੀ, ਬਸ ਉਹ ਘੜੀਸਾਜ਼ ਬਣ ਬੈਠਾ। ਤੇ ਸ਼ਾਇਦ ਉਹ ਸੱਚੀ ਮੁੱਚੀ ਘੜੀਸਾਜ਼ ਬਣ ਵੀ ਜਾਂਦਾ ਜੇ ਪਿੰਡ ਵਿੱਚ ਲੋਕਾਂ ਕੋਲ ਘੜੀਆਂ ਹੁੰਦੀਆਂ। ਤਬਾਬਤ ਤੇ ਜਰਾਹੀ ਵਿਚਕਾਰ ਪਾਂਧੀ ਕਿੰਨਾ ਸੀ, ਤੇ ਜਰਾਹੀ ਤੋਂ ਦੰਦਾਨ ਸਾਜ਼ ਕਿਹੜੀ ਦੂਰੀ ਤੇ ਸੀ। ਨਾਲੇ ਉਹ ਤੇ ਟੁਰਦੇ ਰਹਿਣ ਤੇ ਅੱਗੇ ਵਧਣ ਦਾ ਆਦੀ ਸੀ। ਦੰਦਾਂ ਦੀ ਸਫਾਈ ਤੇ ਪੀੜ ਲਈ ਲੋਕੀ ਉਹਦੇ ਬਣਾਏ ਹੋਏ ਮੰਜਣ ਤੇ ਟੂਠ ਪਾਊਡਰ ਖਰੀਦਦੇ, ਤੇ ਜਿਨ੍ਹਾਂ ਦੇ ਦੰਦਾਂ ਨੂੰ ਕੀੜਾ ਲੱਗਾ ਹੁੰਦਾ ਉਹ ਉਹਦੇ ਕੋਲੋਂ ਦੰਦ ਵੀ ਕਢਵਾਉਂਦੇ। ਦੰਦ ਜੇ ਤਕਲੀਫ ਨਾਲ ਨਿਕਲਦਾ ਜਾਂ ਕੱਢਦਿਆਂ ਹੋਇਆਂ ਵਿੱਚੇ ਟੁੱਟ ਜਾਂਦਾ ਤੇ ਲੋਕੀ ਆਖਦੇ ਮੋਚੀਆਂ ਨੂੰ ਕੀ ਪਤਾ ਭਈ ਦੰਦ ਕਿਸ ਤਰ੍ਹਾਂ ਕੱਢੀਦਾ ਹੈ। ਖੋਤੇ ਦੇ ਖੁਰ ਨੇ ਹਲਾਲ ਹੀ ਕਰ ਛੱਡਿਆ ਸੋ। ਤੇ ਜੇ ਬਗੈਰ ਕਿਸੇ ਤਕਲੀਫ ਦੇ ਨਿਕਲ ਜਾਂਦਾ ਤੇ ਲੋਕੀ ਖੁਸ਼ ਹੋ ਕੇ ਆਖਦੇ ਮੋਚੀ ਹੋ ਕੇ ਕਿੰਨਾ ਸਿਆਣਾ ਹੈ। ਬਹਰਹਾਲ ਲੋਕੀ ਇਹ ਮੰਨਣ ਲੱਗ ਪਏ ਸਨ ਭਈ ਨਵਾਬ ਸਿਆਣਾ ਹੈ ਤੇ ਮੋਚੀ ਹੋ ਕੇ ਵੀ ਸਿਆਣਾ ਹੈ। ਕਿਸੇ ਦਾ ਜਿੰਦਰਾ ਖਰਾਬ ਹੋ ਜਾਂਦਾ, ਕੱਪੜੇ ਸਿਉਣ ਦੀ ਮਸ਼ੀਨ ਜਾਂ ਸਾਈਕਲ ਖਰਾਬ ਹੋ ਜਾਂਦੀ, ਜਾਂ ਢੋਰ ਡੰਗਰ ਬਿਮਾਰ ਹੋ ਜਾਂਦਾ, ਉਹ ਨਵਾਬ ਕੋਲ ਜ਼ਰੂਰ ਆਉਂਦੇ। ਬਾਜ਼ੇ ਵੇਲੇ ਲੋਕੀ ਘਰਾਂ ਦੇ ਡੂੰਘੇ ਤੇ ਔਖੇ ਮਸਲਿਆਂ ਵਿੱਚ ਵੀ ਨਵਾਬ ਤੋਂ ਸਲਾਹ ਲੈਂਦੇ, ਪਰ ਇਹ ਸਭ ਕੁਝ ਆਮ ਲੋਕੀ ਜਾਂ ਨਿੱਕੇ ਜ਼ਿਮੀਂਦਾਰ ਕਰਦੇ ਸਨ। ਨੰਬਰਦਾਰ ਤੇ ਦੂਜੇ ਵੱਡੇ ਜ਼ਿਮੀਂਦਾਰਾਂ ਨੂੰ ਉਹਦੇ ਨਾਲ ਅੱਲਾ ਵਾਸਤੇ ਦਾ ਵੈਰ ਸੀ। ਨਵਾਬ ਆਪਣੀ ਦੁਕਾਨ ਤੇ ਸੱਚਮੁੱਚ ਦਾ ਨਵਾਬ ਬਣ ਕੇ ਆਕੜ ਕੇ ਬੈਠਾ ਰਹਿੰਦਾ ਸੀ। ਉਹਨੂੰ ਦਾਰੇ ਵਿੱਚ ਜਾ ਕੇ ਇਹਨਾਂ ਲੋਕਾਂ ਦੀਆਂ ਖੁਸ਼ਾਮਦਾਂ ਕਰਨ, ਚਿਲਮਾਂ ਭਰਨ, ਅਨਾਜ ਜਾਂ ਚਾਰੇ ਦੀ ਭਿੱਖਿਆ ਮੰਗਣ ਦੀ ਲੋੜ ਹੀ ਨਹੀਂ ਸੀ। ਫੇਰ ਉਹ ਕਿਉਂ ਕਿਸੇ ਦੀ ਪਰਵਾਹ ਕਰਦਾ। ਜਦੋਂ ਮੈਂ 8ਵੀਂ ਜਮਾਤ ਵਿੱਚ ਸਾਂ, ਨਵਾਬ ਰੂਹਾਨੀਅਤ ਵੱਲ ਮਾਇਲ ਹੋ ਚੁੱਕਿਆ ਸੀ। ਤਵੀਜ਼, ਗੰਢੇ, ਰਮਲ, ਫਾਲ, ਖ਼ੁਆਬਾਂ ਦੀ ਤਾਬੀਰ, ਪਮਿਸਟਰੀ ਦੇ ਮਰਹਲਿਆਂ ਤੋਂ ਲੰਘ ਕੇ ਹੁਣ ਉਹ ਮਿਸਮੈਰਿਜ਼ਮ ਤੇ ਹੈਪਨਾਟਿਜ਼ਮ ਦੀਆਂ ਮਸ਼ਕਾਂ ਕਰ ਰਿਹਾ ਸੀ। ਉਹਨੇ ਦੁਕਾਨ ਵਿੱਚ ਕਈ ਤਰ੍ਹਾਂ ਦੇ ਚਾਰਟ ਲਾਏ ਹੋਏ ਸਨ। ਕਾਲਿਆਂ ਨੁਕਤਿਆਂ ਨੂੰ ਕਿੰਨਾ ਚਿਰ ਅੱਖਾਂ ਪਾੜ ਕੇ
ਝਮਕਿਆਂ ਬਗੈਰ ਤੱਕਦਾ ਰਹਿੰਦਾ। ਮੈਨੂੰ ਮਾਮੂਲ ਬਣਾਉਣ ਦੀ ਵੀ ਉਹਨੇ ਬੜੀ ਕੋਸ਼ਿਸ਼ ਕੀਤੀ, ਪਰ ਉਹਦੇ ਨਾਲ ਰਹਿਣ ਬਹਿਣ ਦੀ ਵਜ੍ਹਾ ਤੋਂ ਮੇਰੇ ਤੇ ਵੀ ਉਹਦੀ ਆਕੜ ਜਾਂ ਖੁਦਦਾਰੀ ਦਾ ਕੁਝ ਰੰਗ ਚੜ੍ਹ ਗਿਆ ਸੀ। ਇਸ ਲਈ ਉਹਨੂੰ ਕਾਮਯਾਬੀ ਨਾ ਹੋਈ, ਸਗੋਂ ਮੈਂ ਉਹਦੇ ਅਮਲ ਤੋਂ ਮਸ਼ਹੂਰ ਤੇ ਮਰਊਬ ਹੋਣ ਦੀ ਥਾਂ ਹੌੜ ਵਿੱਚ ਆ ਕੇ ਨੱਚਣ ਟੱਪਣ ਲੱਗ ਪੈਂਦਾ। ਹੁਣ ਪਿੰਡ ਵਿੱਚ ਤਰ੍ਹਾਂ ਤਰ੍ਹਾਂ ਦੇ ਤਾਵੀਜ਼ ਗੰਢੇ ਵੰਡੇ ਜਾਣ ਲੱਗ ਪਏ। ਬੇਔਲਾਦ, ਬਿਮਾਰ, ਹਾਜਤਮੰਦ ਤੇ ਜਿਨ੍ਹਾਂ ਦੇ ਡੰਗਰ ਮਰ ਜਾਂਦੇ ਸਨ, ਉਹ 4-8 ਆਨੇ ਵਿੱਚ ਤਾਵੀਜ਼ ਲਿਜਾਂਦੇ। ਅੱਲਾ ਜਾਣੇ ਫਾਇਦਾ ਹੁੰਦਾ ਸੀ ਕਿ ਨਹੀਂ, ਪਰ ਨਵਾਬ ਨੂੰ ਜ਼ਰੂਰ ਫਾਇਦਾ ਹੁੰਦਾ। ਹੁਣ ਉਹਦੀ ਦੁਕਾਨ ਵਿੱਚ ਹਰ ਵੇਲੇ ਤੇ ਆਸ਼ਿਕ ਮਜ਼ਾਜ ਲੋਕਾਂ ਦੀ ਮਹਿਫਲ ਜੰਮੀ ਰਹਿੰਦੀ। ਖ਼ੁਆਬਾਂ ਦੀ ਤਾਬੀਰ ਤੇ ਹੱਥ ਦੀਆਂ ਲਕੀਰਾਂ ਤੋਂ ਕਿਸਮਤ ਦਾ ਹਾਲ ਮਾਲੂਮ ਕੀਤਾ ਜਾਂਦਾ। ਤੰਦ ਮਿਜ਼ਾਜ ਤੇ ਮਾਸ਼ੂਕਾਂ ਨੂੰ ਰਾਮ ਕਰਨ ਲਈ ਤਾਵੀਜ਼ ਦੇ ਦਿੱਤੇ ਜਾਂਦੇ। ਨਵਾਬ ਨੇ ਕੁਝ ਚਿਰ ਚਿਲੇ ਵੀ ਕੱਟੇ, ਜੰਤਰ ਮੰਤਰ ਪੜ੍ਹੇ ਤੇ ਸੱਪ ਠੂਹੇ ਦੇ ਡੰਗ ਦਾ ਦਮ ਹੀ ਕਰਦਾ ਰਿਹਾ। ਪਿੰਡ ਵਿੱਚ ਕੋਈ ਮਦਾਰੀ ਆਉਂਦਾ ਤੇ ਸਭ ਤੋਂ ਪਹਿਲਾਂ ਨਵਾਬ ਕੋਲ ਹਾਜ਼ਰੀ ਦਿੰਦਾ ਤੇ ਇਮਦਾਦ ਲਈ ਮਿੰਨਤ ਕਰਦਾ। ਫਿਰ ਜਦੋਂ ਕਈ ਤਰ੍ਹਾਂ ਦੇ ਕਰਤੱਵ ਕਰਵਾਉਂਦਿਆਂ ਹੋਇਆਂ ਕਿਸੇ ਵੀਰ ਮਦਾਰੀ ਦੀ ਬੰਸਰੀ ਬੰਦ ਹੋ ਜਾਂਦੀ, ਉਹ ਪਰੇਸ਼ਾਨ ਹੋ ਜਾਂਦਾ। ਲੋਕੀ ਦਿਲਚਸਪੀ ਨਾਲ ਵੇਖਦੇ। ਮਦਾਰੀ ਉੱਚੀ ਉੱਚੀ ਕਹਿੰਦਾ, ਮੇਰੀ ਬਾਂਸਰੀ ਬੰਦ ਕਰਨ ਵਾਲਿਆ, ਸਾਹਮਣੇ ਆ। ਜੇ ਤੇਰੇ ਕੋਲ ਇਲਮ ਹੈ ਤੇ ਲੁੱਕ ਕੇ ਕਿਉਂ ਵਾਰ ਕਰਨਾ ਹੈ? ਕਿਉਂ ਗਰੀਬ ਦੇ ਢਿੱਡ ਤੇ ਲੱਤ ਮਾਰਨਾ ਹੈ? ਮਰਦ ਦਾ ਬੱਚਾ ਹੈ ਤੇ ਖੁੱਲ੍ਹੇ ਮੈਦਾਨ ਵਿੱਚ ਆ ਕੇ ਮੇਰਾ ਮੁਕਾਬਲਾ ਕਰ। ਲੋਕੀ ਨਵਾਬ ਵੱਲ ਵੇਖਦੇ ਤੇ ਉਹ ਇੱਕ ਪਾਸੇ ਆਰਾਮ ਨਾਲ ਖਲੋਤਾ ਹੁੰਦਾ, ਪਰ ਫਿਰ ਜਿਵੇਂ ਉਹਨੂੰ ਬਹੁਤ ਸਾਰੀਆਂ ਨਜ਼ਰ ਨਾ ਆਉਣ ਵਾਲੀਆਂ ਧਮੂੜੀਆਂ ਲੜ ਰਹੀਆਂ ਹੋਣ, ਉਹ ਆਪਣੇ ਪਿੰਡੇ ਨੂੰ ਖੁਰਕਣ ਲੱਗ ਪੈਂਦਾ। ਲੋਕੀ ਬੜੀਆਂ ਸਿਫਾਰਸ਼ਾਂ ਨਾਲ ਮਦਾਰੀ ਤੇ ਨਵਾਬ ਦੀ ਸੁਲ੍ਹਾ ਕਰਾਉਂਦੇ। ਨਵਾਬ ਆਪਣੇ ਕਾਲੇ ਜਾਂ ਚਿੱਟੇ ਇਲਮ ਨਾਲ ਮਦਾਰੀ ਦੀ ਬੰਸਰੀ ਠੀਕ ਕਰ ਦਿੰਦਾ ਤੇ ਮਦਾਰੀ ਆਪਣੇ ਜਾਦੂ ਦੇ ਟਿੱਲ ਨਾਲ ਨਵਾਬ ਨੂੰ ਧਮੂੜੀਆਂ ਤੋਂ ਨਿਜਾਤ ਦੇ ਦਿੰਦਾ। ਬੱਚਾ ਜਮੂਰਾ ਵੀ ਨਵਾਬ ਹੀ ਬਣ ਜਾਂਦਾ ਤੇ ਮਦਾਰੀ ਨਾਲੋਂ ਉਹਦੇ ਕਰਤੱਵ ਤੇ ਗੱਲਾਂ ਬਹੁਤੀਆਂ ਦਿਲਚਸਪ ਹੁੰਦੀਆਂ। ਲੋਕੀ ਖੁਸ਼ ਹੋ ਕੇ ਆਖਦੇ, ਇਹ ਤੇ ਮਦਾਰੀ ਦਾ ਵੀ ਪਿਓ ਏ। ਮਦਾਰੀ ਸ਼ਰਮਿੰਦਾ ਹੋ ਕੇ ਕਹਿੰਦਾ, ਜੀ ਤੁਸੀਂ ਸਾਰੇ ਮੇਰੇ ਮਾਈ ਬਾਪ ਹੋ। ਨਵਾਬ ਲੁਕਮਾ ਦਿੰਦਾ, ਮਾਈ ਨਹੀਂ, ਸਿਰਫ ਬਾਪ। ਕਈ ਵਾਰੀ ਮੇਰੇ ਨਾਲ ਸ਼ਹਿਰੋਂ ਆਉਂਦੇ ਜਾਂਦੇ ਹੋਇਆਂ ਉਹ ਮੈਨੂੰ ਖੜਾ ਕਰਕੇ ਆਪੋ ਕਿਸੇ ਰੁੱਖ ਉੱਤੇ ਚੜ੍ਹ ਜਾਂਦਾ। ਗੋਂਦਗਾਰੀ ਕੌਣ ਤੇ ਹੋਰ ਖੌਰੇ ਕੀ ਲੱਭਦਾ ਰਹਿੰਦਾ। ਨਹਿਰ ਦੇ ਕੰਢੇ ਉੱਤੇ ਉੱਗੇ ਸਰੂਟਾਂ ਝਾੜੀਆਂ ਵਿੱਚ ਜੜੀ ਬੂਟੀਆਂ ਭਾਲਦਾ ਰਹਿੰਦਾ। ਸ਼ਾਇਦ ਹੀ ਨਬਾਤਾਤ ਕਿਸਮ ਦੀ ਕੋਈ ਅਜਿਹੀ ਚੀਜ਼ ਹੋਵੇ ਜਿਹੜੀ ਉਹਦੇ ਕੰਮ ਦੀ ਨਾ ਹੋਵੇ। ਮੈਂ ਥੱਕ ਜਾਂਦਾ ਤੇ ਗੁੱਸੇ ਹੁੰਦਾ ਤੇ ਉਹ ਮੇਰੇ ਲਈ ਕਿਸੇ ਖੇਤ ਵਿੱਚੋਂ ਗੰਨੇ ਤੋੜ ਕੇ ਲੈ ਆਉਂਦਾ। ਜੇ ਖਖੜੀਆਂ ਹਦਵਾਣਿਆਂ ਦਾ ਮੌਸਮ ਹੁੰਦਾ ਤੇ ਖਖੜੀ ਜਾਂ ਹਦਵਾਣਾ ਖੇਤਾਂ ਕੋਲੋਂ ਲੰਘਦਿਆਂ ਹੋਇਆਂ ਮਿਰਚਾਂ, ਗੰਢੇ, ਥੋਮ ਤੇ ਸਬਜ਼ੀ ਜੋ ਲੱਭ ਜਾਂਦਾ, ਖੋਹ ਤਰੋੜ ਕੇ ਉਮਰੋ ਅਯਾਰ ਦੀ ਜ਼ੰਬੀਲ ਵਰਗੇ ਆਪਣੇ ਥੈਲੇ ਵਿੱਚ ਭਰ ਲੈਂਦਾ। ਜੇ ਖੇਤ ਦਾ ਮਾਲਕ ਵੇਖ ਲੈਂਦਾ ਤੇ ਸ਼ਰਮਿੰਦਾ ਹੋਣ ਜਾਂ ਮਾਫ਼ੀ ਮੰਗਣ ਦੀ ਥਾਂ ਚਾਕੂ ਜਾਂ ਪਿਸਤੌਲ ਕੱਢ ਲੈਂਦਾ ਤੇ ਲੜਨ ਮਰਨ ਨੂੰ ਤਿਆਰ ਹੋ ਜਾਂਦਾ। ਉਹਦੇ ਰਸਤੇ ਵਿੱਚ ਸਰਕਾਰੀ ਜਾਂ ਗੈਰ ਸਰਕਾਰੀ ਕੋਈ ਵੀ ਅਜਿਹੀ ਚੀਜ਼ ਆ ਜਾਂਦੀ ਜਿਹੜੀ ਉਖੇੜੀ ਜਾਂ ਪੁੱਟੀ ਜਾ ਸਕਦੀ ਹੋਵੇ ਜਾਂ ਕੋਈ ਮੋੜਨ ਟੋਕਣ ਵਾਲਾ ਨਾ ਹੋਵੇ ਤੇ ਉਹ ਉਖੇੜ ਕੇ ਆਪਣੇ ਨਾਲ ਲੈ ਜਾਂਦਾ। ਤੇ ਦੁਨੀਆ ਦੀ ਹਰ ਸ਼ੈ ਦੀ ਉਹਨੂੰ ਲੋੜ ਸੀ, ਭਾਵੇਂ ਉਹ ਕਿਸੇ ਟੁੱਟੇ ਹੋਏ ਪੁਲ ਦੀਆਂ ਇੱਟਾਂ ਹੋਣ ਜਾਂ ਡਿੱਗੀ ਢੱਠੀ ਕੋਈ ਲੱਕੜੀ ਹੋਵੇ, ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਹੋਣ ਜਾਂ ਟਿਊਬਵੈੱਲ ਵਿੱਚ ਲੱਗਾ ਹੋਇਆ ਬਿਜਲੀ ਦਾ ਸਮਾਨ ਹੋਵੇ। ਸਾਈਕਲ ਉੱਤੇ ਉਹ ਰੋਜ਼ 100 ਮੀਲ ਪੰਧ ਕਰ ਲੈਂਦਾ ਤੇ ਇੰਨਾ ਭਾਰ ਖਿੱਚ ਕੇ ਲੈ ਆਉਂਦਾ ਸੀ ਭਈ ਲੋਕੀ ਹੈਰਾਨ ਹੁੰਦੇ ਤੇ ਆਖਦੇ, ਬੰਦਾ ਏ ਕਿ ਬੈਲ। ਬਾਜ਼ੇ ਇੱਕ ਹੋਰ ਜਨੌਰ ਦਾ ਨਾਮ ਹੀ ਲੈਂਦੇ ਜਿਹੜਾ ਭਾਰ ਚੁੱਕਣ ਵਿੱਚ ਮਸ਼ਹੂਰ ਹੈ। ਜਦੋਂ ਮੈਂ 9ਵੀਂ ਜਮਾਤ ਵਿੱਚ ਸਾਂ, ਨਵਾਬ ਨੂੰ ਖਿਆਲ ਆਇਆ
ਵੀ ਸੁਨਾਰ ਬੜਾ ਪੈਸਾ ਕਮਾਉਂਦੇ ਨੇ ਤੇ ਨਾਲੇ ਜ਼ਰਗਰ ਤੇ ਜਿਊਲਰ ਜਿਹੇ ਸੋਹਣੇ ਨਾਵਾਂ ਨਾਲ ਸੱਦੇ ਜਾਂਦੇ ਨੇ। ਬਸ ਉਹਨੇ ਨਾਲ ਦੇ ਪਿੰਡ ਇੱਕ ਸੁਨਾਰ ਦੀ ਸ਼ਾਗਿਰਦੀ ਕਰ ਲਈ ਤੇ ਅਜੇ ਮਹੀਨਾ ਵੀ ਨਹੀਂ ਸੀ ਹੋਇਆ ਕਿ ਨਵਾਬ ਨੇ ਆਪਣੇ ਪਿੰਡ ਵਿੱਚ ਆਪਣੇ ਭਾਣੇ ਜ਼ਰਗਰ ਬਣ ਕੇ ਆ ਬੈਠਾ। ਉਹਨੇ ਸੋਨੇ ਤੇ ਚਾਂਦੀ ਦੇ ਨਿੱਕੇ ਮੋਟੇ ਜ਼ੇਵਰ ਤੇ ਟੂੰਬਾਂ ਬਣਾਈਆਂ, ਪਰ ਲੋਕੀ ਉਹਦੇ ਤੇ ਇਤਬਾਰ ਨਹੀਂ ਸਨ ਕਰਦੇ। ਇਸ ਲਈ ਉਹਦਾ ਇਹ ਕਾਰੋਬਾਰ ਵੀ ਠੱਪਿਆ ਗਿਆ ਤੇ ਉਹ ਮੋਚੀ ਦਾ ਮੋਚੀ ਹੀ ਰਿਹਾ। ਉਹਨਾਂ ਦਿਨਾਂ ਵਿੱਚ ਟਰਾਂਸਿਸਟਰ ਦਾ ਤੇ ਕਿਸੇ ਨਾਂ ਵੀ ਨਹੀਂ ਸੀ ਸੁਣਿਆ ਸੀ। ਨਵਾਬ ਨੇ ਕਿਧਰੇ ਪੜ੍ਹਿਆ ਪਈ ਹੈੱਡਫੋਨ ਰੇਡੀਓ ਸੈੱਟ 5-10 ਰੁਪਈਆਂ ਵਿੱਚ ਬਣ ਸਕਦਾ ਹੈ। ਉਹਨੇ ਜਾ ਕੇ ਸ਼ਹਿਰੋਂ ਸਮਾਨ ਖਰੀਦਿਆ ਤੇ ਪਿੰਡ ਆ ਕੇ ਇਹ ਸੈੱਟ ਬਣਾਉਣ ਲੱਗ ਪਿਆ। ਮੈਨੂੰ ਛੁੱਟੀਆਂ ਸਨ ਤੇ ਇਸ ਵਾਸਤੇ ਉਹਦੇ ਅਸਿਸਟੈਂਟ ਦੇ ਤੌਰ ਤੇ ਮੈਂ ਵੀ ਨਾਲ ਲੱਗ ਪਿਆ। ਕਈ ਦਿਨ ਕਈ ਤਰ੍ਹਾਂ ਦੀਆਂ ਕੁਆਇਲਾਂ, ਬਟਨ, ਉੱਚੇ ਏਰੀਅਲ ਲਾਉਣ ਤੇ ਸੌਣਮੁਖੀ ਤੇ ਸੁਰਮੇ ਦੀਆਂ ਡਲੀਆਂ ਬਦਲਣ ਦੇ ਬਾਅਦ ਇੱਕ ਦਿਨ ਅਚਣਚੇਤ ਹੈੱਡਫੋਨ ਵਿੱਚੋਂ ਆਵਾਜ਼ ਆਉਣ ਲੱਗ ਪਈ। ਪਿੰਡ ਵਿੱਚ ਮੇਰੇ ਤੋਂ ਵੱਖ ਕਿਸੇ ਨੂੰ ਵੀ ਯਕੀਨ ਨਹੀਂ ਸੀ ਭਈ ਉਹ ਰੇਡੀਓ ਬਣਾਉਣ ਵਿੱਚ ਕਾਮਯਾਬ ਹੋਵੇਗਾ। ਮੈਨੂੰ ਇਹ ਗੱਲ ਕਦੀ ਨਹੀਂ ਸੀ ਭੁੱਲ ਸਕਦੀ ਕਿ ਹੈੱਡਫੋਨ ਸੈੱਟ ਦੀ ਕਾਮਯਾਬੀ ਉੱਤੇ ਨਵਾਬ ਕਿਸ ਤਰ੍ਹਾਂ ਬਾਲਾਂ ਵਾਂਗੂ ਚਾਅ ਨਾਲ ਨੱਚਣ ਲੱਗ ਪਿਆ ਸੀ। ਮੈਂ ਉਹਦੇ ਕੋਲੋਂ ਹੈੱਡਫੋਨ ਖੋਹ ਕੇ ਛੇਤੀ ਨਾਲ ਕੰਨਾਂ ਤੇ ਚੜ੍ਹਾਇਆ। ਸ਼ਹਿਰ ਤੋਂ 30-40 ਮੀਲ ਦੂਰ ਇੱਕ ਛੱਪੜ ਦੇ ਕੰਢੇ ਇੱਕ ਕੱਚੇ ਮਕਾਨ ਦੀ ਛੱਤ ਉੱਤੇ ਰੇਡੀਓ ਪਾਕਿਸਤਾਨ ਲਾਹੌਰ ਤੋਂ ਲਤਾ ਮੰਗੇਸ਼ਕਰ ਮਨਮੋਹਣੀ ਆਵਾਜ਼ ਵਿੱਚ ਗਾ ਰਹੀ ਸੀ। ਜੀਆ ਬੇਕਰਾਰ ਹੈ, ਛਾਈ ਬਹਾਰ ਹੈ, ਆਜਾ ਮੋਰੇ ਬਾਲਮਾ, ਤੋਰਾ ਇੰਤਜ਼ਾਰ ਹੈ। ਨਵਾਬ ਦੀ ਦੁਕਾਨ ਦੀ ਹਾਲਤ ਕੁਝ ਚਿਰ ਪਿੱਛੋਂ ਸੰਭਲ ਗਈ ਤੇ ਉਹਦੀ ਗਿਣਤੀ ਖਾਂਦੇ ਪੀਂਦੇ ਲੋਕਾਂ ਵਿੱਚ ਹੋਣ ਲੱਗ ਪਈ। ਮੇਰੇ ਵਾਲਦ ਸਾਹਿਬ ਨੂੰ ਸ਼ੁਬਾ ਸੀ ਵੀ ਕਿਧਰੇ ਉਹ ਜਾਲੀ ਨੋਟ ਬਣਾਉਂਦਾ ਹੋਵੇਗਾ। ਇਸ ਲਈ ਉਹਨਾਂ ਮੈਨੂੰ ਨਵਾਬ ਕੋਲ ਉੱਠਣ ਬਹਿਣ ਤੋਂ ਮਨ੍ਹਾ ਕਰ ਦਿੱਤਾ। ਇੱਕ ਦਿਨ ਮੈਂ ਨਵਾਬ ਤੋਂ ਇਹ ਗੱਲ ਪੁੱਛ ਹੀ ਲਈ। ਮੇਰੀ ਗੱਲ ਸੁਣ ਕੇ ਉਹ ਹੱਸ ਪਿਆ ਤੇ ਕਹਿਣ ਲੱਗਾ, ਨੋਟ ਬਣਾਉਣਾ ਕੋਈ ਮੁਸ਼ਕਿਲ ਕੰਮ ਨਹੀਂ ਤੇ ਇਹ ਰੁਪਏ ਦਾ ਨੋਟ ਬਣਾਉਣਾ ਤੇ ਮੇਰੇ ਪੁੱਠੇ ਹੱਥ ਦਾ ਖੇਡ ਹੈ। ਪਰ ਕੀ? ਨਵਾਬ ਨੇ ਸ਼ਫਕਤ ਨਾਲ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਦੂਰ ਖਲਾਅ ਵਿੱਚ ਵੇਖਦਿਆਂ ਹੋਇਆਂ ਆਖਿਆ, ਸੋਚਣਾ ਜੇ ਕਿਧਰੇ ਮੁਕੱਦਮਾਬਾਜ਼ੀ ਦੀ ਨੌਬਤ ਆਈ ਤੇ ਕਚਹਿਰੀ ਦੇ ਕਾਗਜ਼ਾਂ ਵਿੱਚ ਨਾਂ, ਵਲਦੀਅਤ ਤੇ ਸਕੂਨਤ ਦੇ ਇਲਾਵਾ ਇੱਕ ਖਾਨਾ ਹੋਰ ਵੀ ਹੁੰਦਾ ਹੈ, ਕੌਮ ਤੇ ਜ਼ਾਤ ਦਾ। ਸਕੂਲ ਦੇ ਰਜਿਸਟਰਡ ਵਿੱਚ ਵੀ ਇਹੋ ਖਾਨਾ ਸੀ ਤੇ ਤੂੰ ਜਾਣਨਾ ਹੈ ਭਾਈ। ਉਹ ਬੋਲਦਾ ਬੋਲਦਾ ਚੁੱਪ ਹੋ ਗਿਆ। ਫਿਰ ਉਹਨੇ ਗਲੇਡੂ ਭਰੀਆਂ ਅੱਖਾਂ ਨਾਲ ਮੇਰੇ ਵੱਲ ਤੱਕਿਆ ਤੇ ਕੰਮ ਵਿੱਚ ਰੁੱਝ ਗਿਆ। ਨਵਾਬ ਮੋਚੀ ਹੋ ਕੇ ਪਿੰਡ ਵਿੱਚ ਬੜਾ ਮਸ਼ਹੂਰ ਤੇ ਮਕਬੂਲ ਹੋ ਰਿਹਾ ਸੀ। ਆਮ ਲੋਕ ਉਹਦੀਆਂ ਖੂਬੀਆਂ ਤੇ ਕਮਾਲਾਂ ਦਾ ਇਤਰਾਫ ਕਰਦੇ ਸਨ ਤੇ ਤਾਰੀਫਾਂ ਵੀ ਕਰਦੇ ਸਨ। ਇਹ ਗੱਲ ਖਾਂਦੇ ਪੀਂਦੇ ਜ਼ਿਮੀਂਦਾਰ, ਚੌਧਰੀ ਤੇ ਨੰਬਰਦਾਰ ਕਿਵੇਂ ਸਹਿ ਸਕਦੇ ਸਨ ਕਿ ਇੱਕ ਕਮੀ ਕਮੀਣ ਹੋ ਕੇ ਨਵਾਬ ਪਿੰਡ ਦਾ ਸਭ ਤੋਂ ਬਹੁਤਾ ਸਿਆਣਾ, ਕਾਰੀਗਰ ਤੇ ਮਸ਼ਹੂਰ ਬੰਦਾ ਅਖਵਾਏ। ਉਹ ਉਹਨੂੰ ਜ਼ਲੀਲ ਕਰਨ ਦੇ ਬਹਾਨੇ ਲੱਭਦੇ ਰਹਿੰਦੇ ਸਨ, ਪਰ ਉਹਦੇ ਕੋਲੋਂ ਡਰਦੇ ਵੀ ਸਨ। ਕੀ ਪਤਾ ਉਹ ਕਿਸੇ ਘਰ ਵਿੱਚ ਕੋਈ ਬੰਬ ਰੱਖ ਦੇਵੇ ਜਾਂ ਕਿਸੇ ਦੇ ਬਿਸਤਰੇ ਵਿੱਚ ਸੱਪ ਛੱਡ ਦੇਵੇ। ਪਰ ਨੰਬਰਦਾਰ ਦੇ ਜਵਾਈ ਚੌਧਰੀ ਵਲਾਇਤ ਨੇ ਨਵਾਬ ਦੀ ਆਕੜ ਖਤਮ ਕਰਨ ਤੇ ਉਹਨੂੰ ਬੰਦੇ ਦਾ ਪੁੱਤਰ ਬਣਾਉਣ ਤੇ ਲੱਕ ਬੰਨ੍ਹ ਲਿਆ ਸੀ। ਇੱਕ ਦਿਨ ਨਵਾਬ ਮਸਜਿਦ ਦੇ ਤੁਰਤਖਾਨੇ ਵਿੱਚ ਨਹਾਉਣ ਲਈ ਪਾਣੀ ਭਰ ਰਿਹਾ ਸੀ। ਮਸਜਿਦ ਵਿੱਚ ਖੂਹੀ ਵਿੱਚੋਂ ਬਾਲਟੀਆਂ ਨਾਲ ਖਿੱਚ ਕੇ ਉਹਨੇ ਗੁਸਲਖਾਨਿਆਂ ਵਿੱਚ ਪਾਣੀ ਭਰਿਆ ਤੇ ਨਹਾਉਣ ਚੱਲਿਆ ਕਿ ਉਸੇ ਵੇਲੇ ਚੌਧਰੀ ਵਲਾਇਤ ਮਸਜਿਦ ਵਿੱਚ ਦਾਖਲ ਹੋਇਆ। ਉਹਨੇ ਨਵਾਬ ਵੱਲ ਹਕਾਰਤ ਦੀ ਨਜ਼ਰ ਪਾਈ ਤੇ ਮੁਸਕਰਾਇਆ ਤੇ ਸਿੱਧਾ ਜਾ ਕੇ ਗੁਸਲਖਾਨੇ ਵਿੱਚ ਵੜ ਗਿਆ। ਨਵਾਬ ਨੇ ਆਵਾਜ਼ ਦਿੱਤੀ, ਚੌਧਰੀ, ਮੈਂ ਪਾਣੀ ਆਪਣੇ ਨਹਾਉਣ ਲਈ ਭਰਿਆ ਹੈ, ਮੈਂ ਕਿਸੇ ਦਾ ਨੌਕਰ ਨਹੀਂ। ਚੌਧਰੀ ਵਲਾਇਤ ਨੇ ਠੰਡੇ ਪਾਣੀ ਦਾ ਸਵਾਦ ਲੈਂਦਿਆਂ ਜਵਾਬ ਦਿੱਤਾ, ਮਤ ਭੁੱਲ,
ਭਈ ਤੂੰ ਮੋਚੀ ਤੇ ਕੰਮੀ ਕਮੀਣ ਹੈ, ਸਾਡੇ ਪੈਰਾਂ ਦੀ ਜੁੱਤੀ। ਨਵਾਬ ਇੰਜ ਭੜਕਿਆ ਜਿਵੇਂ ਬਰੂਦ ਦੇ ਢੇਰ ਵਿੱਚ ਚਿਣਗ ਪੈ ਗਈ ਹੋਵੇ। ਉਹਨੇ ਬਾਲਟੀ ਇੱਕ ਪਾਸੇ ਸੁੱਟੀ ਤੇ ਗੁਸਲਖਾਨੇ ਵਿੱਚ ਜਾ ਕੇ ਅਲਫ ਨੰਗੇ ਚੌਧਰੀ ਨੂੰ ਫੜ ਲਿਆ ਤੇ ਚੁੱਕ ਕੇ ਗੁਸਲਖਾਨੇ ਦੇ ਫਰਸ਼ ਤੇ ਚਾ ਮਾਰਿਆ। ਸ਼ਾਮ ਤੀਕ ਨਵਾਬ ਦਾ ਹੁੱਕਾ ਪਾਣੀ ਬੰਦ ਹੋ ਗਿਆ। ਪਿੰਡ ਦੇ ਸਭ ਤੋਂ ਉੱਚੇ ਮਕਾਨ ਤੇ ਚੜ੍ਹ ਕੇ ਪਿੰਡ ਦੇ ਮਰਾਸੀ ਨੇ ਨੰਬਰਦਾਰ ਵੱਲੋਂ ਹੋਕਾ ਦਿੱਤਾ ਭਈ ਨਵਾਬ ਮੋਚੀ ਨਾਲ ਕੋਈ ਲੈਣ ਦੇਣ ਨਾ ਕਰੇ। ਇਹਦੇ ਤੇ ਵੀ ਨੰਬਰਦਾਰ ਦੀ ਤਸੱਲੀ ਨਾ ਹੋਈ ਤੇ ਅਗਲੇ ਦਿਨ ਨਵਾਬ ਦੇ ਬੁੱਢੇ ਪਿਓ ਨੂੰ ਦਾਰੇ ਵਿੱਚ ਬੁਲਾ ਕੇ ਬੇਇੱਜ਼ਤ ਕੀਤਾ ਗਿਆ। ਨਵਾਬ ਨੂੰ ਪਤਾ ਲੱਗਾ ਤੇ ਉਹ ਪਿਸਤੌਲ ਭਰ ਕੇ ਦਾਰੇ ਵਿੱਚ ਅੱਪੜਿਆ ਤੇ ਉਹਨੇ ਸਾਰੀ ਪਰਿਆ ਨੂੰ ਲਲਕਾਰਿਆ। ਪਰ ਇਸ ਤੋਂ ਪਹਿਲਾਂ ਕਿ ਉਹ ਪਿਸਤੌਲ ਦਾ ਘੋੜਾ ਨੱਪਦਾ ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੰਦਾ, ਮੌਲਵੀ ਸਾਹਿਬ ਰਹਿਮਤ ਦਾ ਫਰਿਸ਼ਤਾ ਬਣ ਕੇ ਵਿਚਕਾਰ ਆ ਗਏ ਤੇ ਖੂਨ ਖਰਾਬੇ ਦੀ ਗੱਲ ਨਾ ਆਪੜੀ। ਪਰ ਦੂਜੇ ਦਿਨ ਪਿੰਡ ਦੇ ਸਾਰੇ ਲੋਕੀ ਇਹ ਸੁਣ ਕੇ ਬੜੇ ਹੈਰਾਨ ਪਰੇਸ਼ਾਨ ਹੋਏ ਕਿ ਨਵਾਬ ਦਾ ਘਰ ਖਾਲੀ ਪਿਆ ਹੋਇਆ ਹੈ। ਉਹ ਘਰ ਦਾ ਸਮਾਨ ਤੇ ਘਰ ਦੀਆਂ ਜੀਆਂ ਨੂੰ ਨਾਲ ਲੈ ਕੇ ਰਾਤੋਂ ਰਾਤ ਪਿੰਡੋਂ ਹਿਜਰਤ ਕਰ ਗਿਆ ਸੀ। ਮੇਰੇ ਵਾਂਗੂ ਉਹ ਵੀ ਬਹੁਤ ਸਾਰੇ ਲੋਕਾਂ ਨੂੰ ਨਵਾਬ ਤੇ ਉਹਦੇ ਘਰਦਿਆਂ ਦੇ ਟੁਰ ਜਾਣ ਦਾ ਦੁੱਖ ਸੀ। ਪਰ ਹੁਣ ਕੀ ਹੋ ਸਕਦਾ ਸੀ? ਖਬਰੇ ਉਹ ਲੋਕ ਕਿੱਥੇ ਚਲੇ ਗਏ ਸਨ ਤੇ ਹੁਣ ਕਿਸ ਹਾਲ ਵਿੱਚ ਹੋਣਗੇ। ਹੱਦ ਇਹ ਸੀ ਵੀ ਉਹ ਆਪਣੇ ਅਹਿਸਾਨ ਪਿਆਰ ਵਾਲਿਆਂ ਤੇ ਮੌਲਵੀ ਸਾਹਿਬ ਨੂੰ ਦੱਸਿਆਂ ਪੁੱਛਿਆਂ ਬਗੈਰ ਟੁਰ ਗਏ ਸਨ। ਮੈਂ ਬੜਾ ਚਿਰ ਨਵਾਬ ਦੇ ਖਤ ਪੱਤਰ ਦੀ ਉਡੀਕ ਵਿੱਚ ਰਿਹਾ। ਫਿਰ ਉਹਦੇ ਰਿਸ਼ਤੇਦਾਰਾਂ ਨਾਲ ਖਤੋ ਕਿਤਾਬਤ ਕਰਕੇ ਉਹਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਪਤਾ ਨਾ ਲੱਗਾ। ਨਵਾਬ ਦੇ ਟੁਰ ਜਾਣ ਪਿੱਛੋਂ ਕਈ ਰਾਤਾਂ ਨੰਬਰਦਾਰ ਨੂੰ ਨੀਂਦਰ ਨਾ ਆਈ ਤੇ ਉਹ ਡਰਦਾ ਤੇ ਸੁਪਨੇ ਵੇਖਦਾ ਤੇ ਤਰਿੰਦਾ। ਕਿੰਨੇ ਹੀ ਮਹੀਨੇ ਚੌਧਰੀ ਵਲਾਇਤ ਹਰ ਰਾਤੀ ਥਾਂ ਬਦਲ ਕੇ ਸੌਂਦਾ ਰਿਹਾ। ਉਹਨੂੰ ਡਰ ਸੀ ਪਈ ਕਿਧਰੇ ਕਿਸੇ ਰਾਤੀ ਨਵਾਬ ਆ ਕੇ ਉਹਨੂੰ ਸੁੱਤੇ ਪਏ ਨੂੰ ਕਤਲ ਨਾ ਕਰ ਦੇ। ਵਕਤ ਗੁਜ਼ਰਦਾ ਰਿਹਾ, ਵਕਤ ਗੁਜ਼ਰ ਜਾਂਦਾ ਹੈ। ਵੇਖਦਿਆਂ ਵੇਖਦਿਆਂ 10 ਸਾਲ ਲੰਘ ਗਏ। ਪਿੰਡ ਵਾਲੇ ਨਵਾਬ ਤੇ ਨਵਾਬ ਦੇ ਘਰਦਿਆਂ ਨੂੰ ਭੁੱਲ ਗਏ। ਤਾਲੀਮ ਤੇ ਮੁਲਾਜ਼ਮਤ ਦੇ ਸਿਲਸਿਲਿਆਂ ਪਿੱਛੋਂ ਮੇਰੀ ਸ਼ਾਦੀ ਹੋ ਗਈ ਤੇ ਮੈਂ ਪਿੰਡੋਂ ਦੂਰ ਸਿਆਂ ਕੋਹਾਂ ਤੇ ਸ਼ਹਿਰ ਵਿੱਚ ਰਹਿਣ ਲੱਗ ਪਿਆ। ਸਾਲ ਵਿੱਚ 1-2 ਵਾਰੀ ਪਿੰਡ ਜਾਂਦਾ ਤੇ ਮੈਂ ਜਦੋਂ ਵੀ ਪਿੰਡ ਜਾਂਦਾ ਮੈਨੂੰ ਨਵਾਬ ਯਾਦ ਆਉਂਦਾ ਤੇ ਮੈਂ ਹੌਕੇ ਭਰ ਕੇ ਸੋਚਦਾ ਵੀ ਖੌਰੇ ਵਿਚਾਰਾ ਨਵਾਬ ਕਿੱਥੇ ਤੇ ਕਿਸ ਹਾਲ ਵਿੱਚ ਹੋਵੇਗਾ। ਇਹ ਪਿਛਲੇ ਸਾਲ ਦੀ ਗੱਲ ਏ। ਮੈਂ ਆਪਣੀ ਬੀਵੀ ਨਾਲ ਕਰਾਚੀ ਤੋਂ ਰਾਵਲਪਿੰਡੀ ਆ ਰਿਹਾ ਸਾਂ। ਸੂਬਾ ਸਿੰਧ ਦੇ ਇੱਕ ਰੇਲਵੇ ਸਟੇਸ਼ਨ ਤੇ ਕੁਝ ਲੋਕੀ ਹੱਥਾਂ ਵਿੱਚ ਫੁੱਲਾਂ ਦੇ ਹਾਰ ਲੈ ਕੇ ਗੱਡੀ ਦੀ ਉਡੀਕ ਵਿੱਚ ਖਲੋਤੇ ਹੋਏ ਸਨ। ਜਦੋਂ ਗੱਡੀ ਖਲੋਤੀ, ਮੇਰੇ ਨਾਲ ਦੇ ਫਸਟ ਕਲਾਸ ਦੇ ਡੱਬੇ ਵਿੱਚੋਂ ਇੱਕ ਬਜ਼ੁਰਗ ਉਤਰੇ। ਲੋਕਾਂ ਨੇ ਪੀਰ ਸਾਹਿਬ ਹਜ ਮੁਬਾਰਕ ਦੇ ਨਾਅਰੇ ਲਾਏ। ਮੈਂ ਸਿਗਰਟ ਖਰੀਦਣ ਲਈ ਥੱਲੇ ਲੱਥਾ। ਮੈਂ ਪੀਰ ਸਾਹਿਬ ਦੇ ਕੋਲੋਂ ਲੰਘਣ ਲੱਗਾ ਤੇ ਮੇਰੀਆਂ ਤੇ ਪੀਰ ਸਾਹਿਬ ਦੀਆਂ ਅੱਖਾਂ ਚਾਰ ਹੋਈਆਂ। ਉਹਨਾਂ ਦਾ ਲਿਬਾਸ ਚਿੱਟਾ ਸਫੈਦ ਸੀ, ਸਿਰ ਤੇ ਸਬਜ਼ ਰੰਗ ਦਾ ਅਮਾਮਾ ਜਿਹੜਾ ਬੜਾ ਚੰਗਾ ਲੱਗ ਰਿਹਾ ਸੀ। ਦਾੜੀ ਲੰਮੀ ਬੱਗੀ ਤੇ ਭਰਵੀਂ, ਗਲ ਤੇ ਹੱਥਾਂ ਵਿੱਚ ਤਸਬੀਹਾਂ, ਤੇ ਉਹ ਬਿਟਰ ਮੇਰੇ ਵੱਲ ਵੇਖ ਰਹੇ ਸਨ। ਤੇ ਇਸ ਤੋਂ ਪਹਿਲਾਂ ਕਿ ਮੈਂ ਨਵਾਬ ਕਹਿ ਕੇ ਪੀਰ ਸਾਹਿਬ ਨੂੰ ਜੱਫੀ ਪਾ ਲੈਂਦਾ, ਪੀਰ ਸਾਹਿਬ ਅਗਾਂਹ ਵਧੇ ਤੇ ਮੈਨੂੰ ਸੀਨੇ ਨਾਲ ਲਾ ਲਿਆ। ਫਿਰ ਗਲੇਡੂ ਭਰ ਕੇ ਆਖਣ ਲੱਗੇ, ਸਲੀਮ ਅਖਤਰ, ਤੂੰ ਮੈਨੂੰ ਢੂੰਢ ਹੀ ਲਿਆ ਏ। ਫਿਰ ਪੀਰ ਸਾਹਿਬ ਰੋਣ ਲੱਗ ਪਏ। ਸਾਰੇ ਲੋਕੀ ਸਹਿਮ ਗਏ। ਕਿਸੇ ਆਖਿਆ, ਅੱਲਾ ਜਾਣੇ ਕੀ ਹੋਣ ਵਾਲਾ ਹੈ, ਪੀਰ ਸਾਹਿਬ ਰੋ ਰਹੇ ਨੇ। ਪੀਰ ਸਾਹਿਬ ਨੇ ਮੋਢਿਆਂ ਤੋਂ ਰੇਸ਼ਮੀ ਰੁਮਾਲ ਖਿੱਚ ਕੇ ਅੱਥਰੂ ਪੂੰਝੇ ਤੇ ਮੈਨੂੰ ਥਾਪੜਾ ਦਿੱਤਾ। ਮੈਂ ਆਪਣੀ ਬੀਵੀ ਵੱਲ ਇਸ਼ਾਰਾ ਕੀਤਾ, ਜਿਹੜੀ ਬਾਰੀ ਵਿੱਚੋਂ ਸਾਡੇ ਵੱਲ ਵੇਖ ਰਹੀ ਸੀ। ਪੀਰ ਸਾਹਿਬ ਸਭ ਕੁਝ ਸਮਝ ਗਏ। ਉਹਨਾਂ ਲੋਕਾਂ ਵੱਲ ਮੂੰਹ ਕਰਕੇ ਆਖਿਆ, ਇਹ ਸਲੀਮ ਹੈ, ਮੇਰਾ ਇੱਕ ਪੁਰਾਣਾ ਮੁਰੀਦ ਵਿਚਾਰਾ, ਬੇਜ਼ੁਬਾਨ ਹੈ। ਮੈਂ ਇਤਜਾਜ ਲਈ ਬੋਲਣਾ ਚਾਹੁੰਦਾ ਸਾਂ, ਪਰ ਇਹ ਜਾਣ ਕੇ ਮੈਂ ਕੰਬ ਗਿਆ ਕਿ ਮੈਂ ਬੋਲ ਨਹੀਂ ਸਕਦਾ ਸਾਂ। ਪੀਰ ਸਾਹਿਬ ਕਹਿ ਰਹੇ ਸਨ,
ਸਲੀਮ ਬੜੇ ਚਿਰ ਪਿੱਛੋਂ ਬੜੇ ਭੈੜੇ ਵੇਲੇ ਮਿਲਿਆ ਹੈ। ਹੁਣ ਤੇਰੀ ਬੀਵੀ ਨਾਲ ਏ, ਫੇਰ ਕਦੀ ਇਕੱਲਾ ਆਵੀਂ ਤੇ ਆਉਣ ਤੋਂ ਪਹਿਲਾਂ ਖਤ ਜ਼ਰੂਰ ਲਿਖ ਦੇਵੀਂ। ਮੈਨੂੰ ਤੇਰੇ ਤੇ ਇਤਬਾਰ ਏ ਸਲੀਮ। ਮੇਰਾ ਡਾਕ ਦਾ ਪਤਾ ਇੰਨਾ ਕਾਫੀ ਏ। ਪੀਰ ਸੈਯਦ ਹਾਜੀ ਮੁਹੰਮਦ ਨਵਾਬ ਸ਼ਾਹ ਸਾਹਿਬ, ਲਤੀਫਾਬਾਦ, ਹੈਦਰਾਬਾਦ। ਉਸੇ ਵੇਲੇ ਮੈਂ ਮਹਿਸੂਸ ਕੀਤਾ ਵੀ ਗੱਡੀ ਟੁਰਨ ਵਾਲੀ ਏ। ਗੱਡੀ ਵੱਲ ਮੇਰੀ ਕੰਡ ਸੀ ਤੇ ਮੈਂ ਮੁੜ ਕੇ ਨਹੀਂ ਵੇਖ ਸਕਦਾ ਸਾਂ। ਗੱਡੀ ਟੁਰ ਗਈ। ਮੈਂ ਚੀਕ ਮਾਰਨਾ ਤੇ ਰੌਲਾ ਪਾਉਣਾ ਚਾਹੁੰਦਾ ਸਾਂ, ਪਰ ਆਵਾਜ਼ ਮੇਰੇ ਸੰਗ ਵਿੱਚੋਂ ਬਾਹਰ ਨਾ ਆ ਸਕੀ। ਮੈਂ ਦੌੜਨਾ ਚਾਹੁੰਦਾ ਸਾਂ, ਪਰ ਮੈਂ ਤੇ ਧੌਣ ਨਹੀਂ ਪਰਤਾ ਸਕਦਾ ਸਾਂ। ਪੀਰ ਸਾਹਿਬ ਮੇਰੇ ਕੰਨ ਵਿੱਚ ਕਹਿ ਰਹੇ ਸਨ, ਇਹ ਸਭ ਮੇਰੇ ਮੁਰੀਦ ਨੇ। ਮੈਂ ਹੱਜ ਕਰਕੇ ਆਇਆ। ਹੁਣ ਮੇਰੇ ਡੇਰੇ ਤੇ ਕਈ ਦਿਨਾਂ ਤੱਕ ਜਸ਼ਨ ਤੇ ਭੀੜ ਰਵੇਗੀ। ਤੂੰ ਫਿਰ ਕੱਲਾ ਜ਼ਰੂਰ ਆਵੀਂ। ਅੱਛਾ, ਰੱਬ ਰਾਖਾ। ਹੁਣ ਤੂੰ ਜਾ ਸਕਦਾ ਹੈ। ਮੈਂ ਪਰਤ ਕੇ ਧਿਆਨ ਮਾਰਿਆ। ਗੱਡੀ ਪਲੇਟਫਾਰਮ ਤੇ ਖਲੋਤੀ ਸੀ। ਮੈਂ ਪੀਰ ਸਾਹਿਬ ਵੱਲ ਵੇਖਿਆ। ਉਹ ਮੈਨੂੰ ਪਲੇਟਫਾਰਮ ਤੋਂ ਹੱਥ ਦੋ ਹੱਥ ਉੱਚੇ ਹਵਾ ਵਿੱਚ ਖਲੋਤੇ ਦਿਸੇ। ਲੋਕੀ ਉਹਨਾਂ ਦੇ ਹੱਥਾਂ ਤੇ ਬੋਸੇ ਦੇ ਰਹੇ ਸਨ। ਮੈਂ ਇੱਕ ਰੋਬੋਟ ਵਾਂਗੂ ਟੁਰਦਾ ਹੋਇਆ ਗੱਡੀ ਵਿੱਚ ਸਵਾਰ ਹੋ ਗਿਆ। ਮੇਰੀ ਬੀਵੀ ਚੱਲਦੀ ਗੱਡੀ ਵਿੱਚ ਬੜਾ ਚਿਰ ਮੈਨੂੰ ਝੰਜੋੜਦੀ ਰਹੀ, ਪਰ ਮੈਂ ਡੌਰ ਭੌਰਾ ਹੋ ਕੇ ਬੁੱਤ ਬਣਿਆ ਉਹਦੇ ਸਾਹਮਣੇ ਬੈਠਾ ਰਿਹਾ। ਫੇਰ ਅਚਨਚੇਤ ਮੈਂ ਚੀਖ ਕੇ ਆਖਿਆ, ਸਹੁੰ ਰੱਬ ਦੀ, ਉਹ ਨਵਾਬ ਸੀ। ਸੀਮਾ, ਉਹਨੇ ਮੈਨੂੰ ਹੈਪਨੋਟਾਈਜ਼ ਕਰ ਦਿੱਤਾ ਸੀ। ਮੋਚੀ ਕਿਸੇ ਥਾਂ ਦਾ।